ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਹੀ ਬਾ ਕਮਾਲ ਹੈ, ਜਿਸ ਦੀ ਮਿਸਾਲ ਕੁੱਲ ਕਾਇਨਾਤ ਵਿੱਚ ਕਿਤੇ ਵੀ ਨਹੀਂ ਲੱਭਦੀ। ਔਰੰਗਜ਼ੇਬ ਦੀ ਕੱਟੜਤਾ, ਮੀਣਿਆਂ ਅਤੇ ਧੀਰ ਮੱਲੀਆਂ ਦੀ ਵਿਰੋਧਤਾ ਅਤੇ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਦੁਖੀ ਤੇ ਸਹਿਮੀ ਹੋਈ ਸਿੱਖ ਕੌਮ ਨੂੰ ਸਰਬੰਸਦਾਨੀ ਗੁਰੂ ਪਿਤਾ ਜੀ ਨੇ ਆਪਣੀ ਅਗੰਮੀ ਗਰਜ਼ ਨਾਲ ਦ੍ਰਿੜਤਾ ਤੇ ਅਡੋਲਤਾ ਬਖਸ਼ੀ। ਕੇਵਲ 42 ਸਾਲਾਂ ਦੀ ਦੁਨਿਆਵੀ ਉਮਰ ਵਿੱਚ ਵਿਚਰਦਿਆਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਯੁੱਗ ਪਲਟਾਊ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਨੇ ਇਤਿਹਾਸ ਦਾ ਰੁਖ ਹੀ ਮੋੜ ਦਿੱਤਾ। 1699 ਈਸਵੀ ਦੀ ਵਿਸਾਖੀ ਵਾਲੇ ਦਿਨ ਜਦੋਂ ਕੁੱਲ ਸੰਸਾਰ ਦੇ ਸਨਮੁਖ ਅੰਮ੍ਰਿਤ ਕੇ ਦਾਤੇ ਗੁਰੂ ਜੀ ਨੇ ਪੰਜ ਪਿਆਰੇ ਸਾਜ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਤਾਂ ਆਪ ਜੀ ਨੇ ਆਪਣੇ ਸਿੱਖਾਂ ਨੂੰ ਪੰਜ ਕਕਾਰਾਂ ਦੀ ਬਖਸ਼ਿਸ਼ ਕੀਤੀ, ਜੋ ਹਰ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਨੂੰ ਧਾਰਨ ਕਰਨੇ ਲਾਜ਼ਮੀ ਹਨ। ਇਹ ਪੰਜ ਕਕਾਰ ਸਾਡੇ ਲਈ ਕੇਵਲ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੀ ਨਹੀਂ, ਸਗੋਂ ਉਹਨਾਂ ਵੱਲੋਂ ਬਖਸ਼ੀ ਇੱਕ ਬੜੀ ਅਣਮੁੱਲੀ ਤੇ ਇਲਾਹੀ ਦਾਤ ਹਨ, ਜੋ ਹਰ ਇੱਕ ਸਿੱਖ ਨੂੰ ਬੜੇ ਸੰਭਾਲ ਕੇ ਰੱਖਣੇ ਚਾਹੀਦੇ ਹਨ। ਪੰਜ ਕਕਾਰ ਅਸਲ ਵਿੱਚ ਇੱਕ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਦੇ ਉਹ ਬਾਹਰੀ ਚਿੰਨ੍ਹ ਹਨ, ਜੋ ਉਹਨਾਂ ਦੇ ਸਰੂਪ ਦਾ ਇੱਕ ਅਨਿੱਖੜਵਾਂ ਅੰਗ ਹਨ। ਇਹਨਾਂ ਕਕਾਰਾਂ ਦੀ ਧਾਰਮਿਕ, ਸਦਾਚਾਰਕ ਤੇ ਵਿਗਿਆਨਿਕ ਮਹੱਤਤਾ ਵੀ ਹੈ। ਇਹਨਾਂ ਨੂੰ ਪੰਜ ਕੱਕੇ ਵੀ ਆਖਿਆ ਜਾਂਦਾ ਹੈ, ਕਿਉਂਕਿ ਹਰ ਇੱਕ ਚਿੰਨ੍ਹ ਦਾ ਨਾਂ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ। ਇਹਨਾਂ ਪੰਜ ਕਕਾਰਾਂ ਦੀ ਤਰਤੀਬ ਇਸ ਪ੍ਰਕਾਰ ਹੈ: ਕੇਸ, ਕੰਗਾ, ਕੜਾ, ਕਿਰਪਾਨ ਤੇ ਕਛਹਿਰਾ। ਖਾਲਸਾ ਪੰਥ ਹੁਕਮ, ਰਜ਼ਾ ਤੇ ਭਾਣਾ ਮਿੱਠਾ ਕਰਕੇ ਮੰਨਣ ਦੇ ਬੁਨਿਆਦੀ ਸਿਧਾਂਤਾਂ ਦੀ ਨੀਂਹ ਉੱਪਰ ਖੜਾ ਹੈ। ਪਰਮਾਤਮਾ ਦੇ ਹੁਕਮ ਨੂੰ ਬੁੱਝਣਾ ਹੀ ਖਾਲਸੇ ਦਾ ਆਦਰਸ਼ ਹੈ। ਪਰਮਾਤਮਾ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਇੱਕ ਸਮਾਨ ਲਾਗੂ ਹੁੰਦਾ ਹੈ। ਮਨੁੱਖੀ ਸਿਰ ਉੱਤੇ ਸੁਸ਼ੋਭਿਤ ਕੇਸ ਰੱਬੀ ਕੁਦਰਤ ਦਾ ਹੀ ਇੱਕ ਕਰਿਸ਼ਮਾ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਸਿਰ ਤੇ ਕੇਸ ਸ਼ੁਰੂ ਤੋਂ ਹੀ ਹੁੰਦੇ ਹਨ। ਮਨੁੱਖ ਦੇ ਸਿਰ ਉੱਤੇ ਕੇਸ ਅਤੇ ਚਿਹਰੇ ਤੇ ਦਾੜੀ ਮਨੁੱਖ ਨੂੰ ਪਰਮਾਤਮਾ ਵੱਲੋਂ ਬਖਸ਼ਿਆ ਕੁਦਰਤੀ ਸਰੂਪ ਹੈ। ਖੁਦ ਖੁਦਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸਿੱਖ ਪੰਥ ਦੀ ਨੀਂਹ ਰੱਬੀ ਹੁਕਮ ਤੇ ਰਜ਼ਾ ਨੂੰ ਪ੍ਰਵਾਨ ਕਰਦੇ ਹੋਏ ਰੱਖੀ। ਸਰੀਰ ਦੇ ਕਿਸੇ ਵੀ ਹਿੱਸੇ ਤੇ ਪ੍ਰਾਪਤ ਕੇਸਾਂ ਅਤੇ ਰੋਮਾਂ ਨੂੰ ਸਾਬਤ ਰੱਖਣਾ ਅਤੇ ਸੰਭਾਲ ਕਰਨਾ ਇਹ ਖਾਲਸੇ ਦਾ ਵਿਧਾਨ ਹੈ। ਕੇਸ ਖਾਲਸੇ ਦਾ ਪਹਿਲਾ ਕਕਾਰ ਹਨ। ਇਹ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦਾ ਪ੍ਰਤੀਕ ਹਨ। ਰਹਿਤਨਾਮਿਆਂ ਵਿੱਚ ਕੇਸਾਂ ਨੂੰ ਗੁਰੂ ਕੀ ਮੋਹਰ ਆਖ ਕੇ ਸਤਕਾਰਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਾਂ ਇਹ ਬਚਨ ਹਨ: ਬਿਨਾ ਸ਼ਸਤਰ ਕੇਸੰ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ। ਇਹ ਮੋਰ ਆਗਿਆ ਸੁਨ ਲਿਹੋ ਪਿਆਰੇ, ਬਿਨਾ ਤੇਗ ਕੇਸੰ ਨਾ ਦੇਵੋ ਦੀਦਾਰੇ। ਲੰਮੇ ਕੇਸ ਰੱਖਣਾ ਅਧਿਆਤਮਕ ਗੌਰਵ ਦਾ ਪ੍ਰਤੀਕ ਹਨ। ਸੰਸਾਰ ਦੇ ਸਾਰੇ ਧਰਮਾਂ ਦੇ ਬਾਨੀ ਜਿਵੇਂ ਈਸਾ ਮਸੀਹੀ, ਮਹਾਤਮਾ ਬੁੱਧ, ਹਜ਼ਰਤ ਮੂਸਾ ਜੀ, ਹਜ਼ਰਤ ਮੁਹੰਮਦ ਜੀ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਭਗਤ ਸਾਹਿਬਾਨ ਤੇ ਸਭੀ ਮਹਾਂਪੁਰਖ ਕੇਸਧਾਰੀ ਹੋਏ ਹਨ। ਜਦੋਂ ਅਸੀਂ ਰੱਬੀ ਬਖਸ਼ਿਸ਼ ਕੇਸਾਂ ਦਾ ਤਿਆਗ ਕਰਦੇ ਹਾਂ ਤਾਂ ਆਪਣੇ ਨੈਤਿਕ ਅਤੇ ਅਧਿਆਤਮਕ ਪਤਨ ਵੱਲ ਨੂੰ ਵੱਧਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਿੰਘ ਕਰੋੜਾਂ ਦੀ ਭੀੜ ਵਿੱਚ ਸਭ ਤੋਂ ਵੱਖਰਾ ਪਛਾਣਿਆ ਜਾਂਦਾ ਹੈ। ਹਰੇਕ ਸਿੰਘ ਜਾਂ ਸਿੰਘਣੀ ਨੂੰ ਇਹ ਹੁਕਮ ਹੈ ਕਿ ਉਹ ਹਰ ਹਾਲ 'ਚ ਆਪਣੇ ਕੇਸਾਂ ਨੂੰ ਸਾਬਤ ਰੱਖੇ ਤੇ ਆਪਣੇ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਜਾਂ ਕੇਸਕੀ ਜ਼ਰੂਰ ਸਜਾਉਣ। ਕੇਸਾਂ ਨੂੰ ਸਤਕਾਰ ਵਜੋਂ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਕੇਸਾਂ ਨੂੰ ਕੱਟਣ, ਕੁਤਰਣ, ਪੁੱਟਣ ਜਾਂ ਹੋਰ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਣ ਵਾਲਾ ਸਿੱਖ ਪਤਿਤ ਅਖਵਾਉਂਦਾ ਹੈ। ਕੇਸ ਜੋ ਗੁਰੂ ਦੀ ਮੋਹਰ ਹਨ, ਉਹਨਾਂ ਦੀ ਸਫਾਈ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਦੂਜੇ ਕਕਾਰ ਦੇ ਤੌਰ ਤੇ ਕੰਗਾ ਬਖਸ਼ਿਆ ਹੈ, ਜੋ ਗੁਰੂ ਹੁਕਮ ਅਨੁਸਾਰ ਸਿੱਖ ਨੇ ਹਮੇਸ਼ਾ ਆਪਣੇ ਕੇਸਾਂ ਵਿੱਚ ਰੱਖਣਾ ਹੈ। ਕੰਗਾ ਲੱਕੜ ਦੀ ਬਣੀ ਵਿਸ਼ੇਸ਼ ਬਣਤਰ ਵਾਲੀ ਨਿੱਕੀ ਜਿਹੀ ਕੰਗੀ ਵਰਗਾ ਹੁੰਦਾ ਹੈ। ਕੰਗਾ ਕੇਸਾਂ ਨੂੰ ਸਾਫ਼ ਸੁਥਰਾ ਰੱਖਦਾ ਹੈ ਤੇ ਇੱਕ ਸਿੱਖ ਦੀ ਦਿੱਖ ਨੂੰ ਸੋਹਣਾ ਬਣਾਉਂਦਾ ਹੈ। ਕੇਸਾਂ ਦੀ ਸੰਭਾਲ ਅਤੇ ਸਤਿਕਾਰ ਲਈ ਇਹ ਜ਼ਰੂਰੀ ਹੈ ਕਿ ਹਰ ਸਿੱਖ ਦਿਨ ਵਿੱਚ 2 ਵਾਰੀ ਆਪਣੇ ਕੇਸਾਂ ਨੂੰ ਕੰਗੇ ਨਾਲ ਸਾਫ਼ ਜ਼ਰੂਰ ਕਰੇ। ਕੰਗਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ, ਉੱਥੇ ਸਾਨੂੰ ਇਹ ਵੀ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ-ਨਾਲ ਮਨ ਦੀ ਸਫਾਈ ਵੀ ਕੀਤੀ ਜਾਏ, ਜੋ ਨਾਮ ਬਾਣੀ, ਸਿਮਰਨ ਤੇ ਸੇਵਾ ਨਾਲ ਹੁੰਦੀ ਹੈ। ਕੰਗਾ ਸਾਨੂੰ ਇਹ ਚੇਤਾਵਨੀ ਵੀ ਦਿੰਦਾ ਹੈ ਕਿ ਕੇਸ ਤੇ ਸਰੀਰ ਦੀ ਸਫਾਈ ਦੇ ਨਾਲ-ਨਾਲ ਮਨ ਦੇ ਵਿੱਚ ਜੋ ਵਿਸ਼ੇ ਵਿਕਾਰਾਂ ਦੀ ਮੈਲ ਜਾਂ ਪਾਪ ਹਨ,
ਉਹਨਾਂ ਦੀ ਸਫਾਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਦੇਸ਼ਾਂ ਅਤੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਨਾਲ ਹੁੰਦੀ ਹੈ। ਇਸ ਕਰਕੇ ਗੁਰਸਿੱਖ ਗੁਰਮਤਿ ਦੇ ਮਾਰਗ ਤੇ ਚੱਲ ਕੇ ਪ੍ਰਭੂ ਪ੍ਰਾਪਤੀ ਦਾ ਯਤਨ ਕਰੇ ਤੇ ਕੰਗੇ ਨੂੰ ਹਮੇਸ਼ਾ ਆਪਣੇ ਸਰੀਰ ਦਾ ਹੀ ਅੰਗ ਸਮਝ ਕੇ ਕੇਸਾਂ ਵਿੱਚ ਰੱਖੇ। ਗੁਰੂ ਮਰਿਆਦਾ ਅਨੁਸਾਰ ਕੰਗਾ ਲੱਕੜ ਦਾ ਹੀ ਪ੍ਰਵਾਨ ਹੈ। ਵਿਗਿਆਨਕਾਂ ਮੁਤਾਬਕ ਵੀ ਪਲਾਸਟਿਕ ਜਾਂ ਹੋਰ ਧਾਤਾਂ ਨਾਲ ਬਣਿਆ ਕੰਗਾ ਕੇਸਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਲੱਕੜ ਦਾ ਕੰਗਾ ਸਾਡੇ ਸਿਰ ਦੀ ਤਵਚਾ ਲਈ ਬਹੁਤ ਲਾਭਦਾਇਕ ਹੈ। ਸਿੱਖ ਪੰਥ ਦੇ ਪਾਂਧਿਆਂ ਦਾ ਤੀਜਾ ਕਕਾਰ ਹੈ ਕੜਾ। ਇਹ ਕਕਾਰ ਸਰਬ ਲੋਹ ਦਾ ਹੁੰਦਾ ਹੈ। ਸੋਨੇ, ਚਾਂਦੀ, ਤਾਂਬੇ ਆਦਿ ਇਹ ਕਿਸੇ ਹੋਰ ਧਾਤ ਦਾ ਪ੍ਰਵਾਨ ਨਹੀਂ ਹੈ। ਕੜਾ ਸੱਜੇ ਹੱਥ ਦੇ ਗੁੱਟ ਵਿੱਚ ਧਾਰਨ ਕਰਨ ਦਾ ਹੁਕਮ ਹੈ। ਕੜਾ ਸਾਨੂੰ ਨਿਰੰਤਰ ਇਹ ਯਾਦ ਕਰਵਾਉਂਦਾ ਹੈ ਕਿ ਅਸੀਂ ਜੋ ਵੀ ਕਾਰਜ ਆਪਣੇ ਹੱਥਾਂ ਨਾਲ ਕਰ ਰਹੇ ਹਾਂ ਉਹ ਗੁਰੂ ਪਿਤਾ ਜੀ ਦੇ ਉਪਦੇਸ਼ਾਂ ਮੁਤਾਬਕ ਹਨ ਜਾਂ ਨਹੀਂ। ਕੜਾ ਸਾਨੂੰ ਸੁਚੇਤ ਕਰਦਾ ਹੈ ਕਿ ਹੁਣ ਸਾਨੂੰ ਗੁਰਮਤਿ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਤੇ ਕੋਈ ਕੁਕਰਮ ਨਹੀਂ ਕਰਨਾ। ਕੜਾ ਪਾਉਣ ਵਾਲਾ ਸਿੱਖ ਪ੍ਰਭੂ ਵਾਲਾ ਬਣ ਫੋਕਟ ਕਰਮਕਾਂਡਾਂ, ਵਹਿਮਾਂ ਭਰਮਾਂ ਆਦਿ ਵਿੱਚ ਨਹੀਂ ਪੈਂਦਾ। ਭਾਵਨਾਤਮਕ ਤੌਰ ਤੇ ਕੜਾ ਇਹ ਸੰਕੇਤ ਕਰਦਾ ਹੈ ਕਿ ਖਾਲਸਾ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਹਰ ਪਲ ਬੱਝਾ ਹੋਇਆ ਹੈ। ਕੜਾ ਸਾਡੇ ਲਈ ਸਾਡੇ ਗੁਰੂ ਪਿਤਾ ਜੀ ਦੇ ਪਿਆਰ ਤੇ ਪਰਉਪਕਾਰ ਨਾਲ ਭਰੇ ਉਪਦੇਸ਼ਾਂ ਦੀ ਹੱਥਕੜੀ ਹੈ ਜੋ ਇੱਕ ਸਿੱਖ ਨੂੰ ਅਨੈਤਿਕ ਕਰਮਾਂ ਤੋਂ ਹਰ ਵਕਤ ਵਰਜਦੀ ਹੈ। ਜਿਵੇਂ ਇੱਕ ਸੁਹਾਗਣ ਦਾ ਚੂੜਾ ਉਸ ਦੇ ਪਤੀ ਲਈ ਉਸ ਦੇ ਸਮਰਪਣ ਦਾ ਪ੍ਰਤੀਕ ਹੈ, ਉਵੇਂ ਹੀ ਇੱਕ ਸਿੱਖ ਲਈ ਉਸ ਦਾ ਕੜਾ ਆਪਣੇ ਗੁਰੂ ਜਾਂ ਪ੍ਰਭੂ ਰੂਪੀ ਪਤੀ ਅੱਗੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਭੇਟ ਕਰ ਦੇਣ ਦਾ ਸੂਚਕ ਹੈ। ਕੜੇ ਦੇ ਗੋਲ ਘੇਰੇ ਵਿੱਚ ਸਾਰਾ ਬ੍ਰਹਿਮੰਡ ਸੰਮਿਲਿਤ ਹੈ। ਭਾਵਨਾ ਵਾਲੇ ਮਨੁੱਖ ਨੂੰ ਇਹ ਕੜਾ ਹਮੇਸ਼ਾ ਇਹ ਮਹਿਸੂਸ ਕਰਵਾਉਂਦਾ ਹੈ ਕਿ ਹਰ ਪਲ, ਹਰ ਵੇਲੇ, ਹਰ ਹਾਲ 'ਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਦੀ ਬਾਂਹ ਫੜੀ ਹੋਈ ਹੈ। ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਮਨੁੱਖ ਦੇ ਅੰਦਰ ਦੀ ਹਉਮੈ ਨੂੰ ਮਾਰਨ ਵਾਲੀ ਸ਼ਕਤੀ ਦਾ ਚਿੰਨ੍ਹ ਹੈ। ਇਹ ਕਕਾਰ ਸਿੱਖ ਦੇ ਪਹਿਰਾਵੇ ਦਾ ਇੱਕ ਅਹਿਮ ਅੰਗ ਹੈ ਜਿਸ ਨੂੰ ਸਦਾ ਗਾਤਰੇ ਵਿੱਚ ਰੱਖ ਕੇ ਹਰ ਵੇਲੇ ਸਰੀਰ ਤੇ ਧਾਰਨ ਕਰਨਾ ਜ਼ਰੂਰੀ ਹੈ। ਕਿਰਪਾਨ ਦੀ ਲੰਬਾਈ 6 ਤੋਂ 9 ਇੰਚ ਦੇ ਵਿਚਕਾਰ ਹੋ ਸਕਦੀ ਹੈ। ਇੱਕ ਸਧਾਰਨ ਤਲਵਾਰ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਹਸਤ ਕਮਲਾਂ ਦੀ ਛੋਹ ਪ੍ਰਾਪਤ ਹੋਈ ਤਾਂ ਉਹ ਕਿਰਪਾਨ ਬਣੀ। ਗੁਰੂ ਸਾਹਿਬਾਨ ਦੇ ਗਿਆਨ ਤੋਂ ਸਖਣੀ ਸਧਾਰਨ ਤਲਵਾਰ ਦਾ ਇਤਿਹਾਸ ਬੜਾ ਹੀ ਖੌਫਨਾਕ ਹੈ। 712 ਈਸਵੀ ਤੋਂ ਲੈ ਕੇ 1947 ਈਸਵੀ ਤੱਕ ਲਗਭਗ 12 ਸਦੀਆਂ ਤੋਂ ਲਗਾਤਾਰ ਭਾਰਤ ਇਸੇ ਤਲਵਾਰ ਦੇ ਜ਼ੋਰ ਸਦਕਾ ਕਦੇ ਮੁਗਲਾਂ ਤੇ ਕਦੇ ਅੰਗਰੇਜ਼ ਲੁਟੇਰਿਆਂ ਪਾਸੋਂ ਲੁਟਿੰਦਾ ਰਿਹਾ ਹੈ। ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ, ਅਹਿਮਦ ਸ਼ਾਹ ਅਬਦਾਲੀ ਅਤੇ ਅੰਗਰੇਜ਼ਾਂ ਨੇ ਭਾਰਤ ਦੀ ਸੰਪत्ति ਤੇ ਇੱਜ਼ਤ ਆਬਰੂ ਨੂੰ ਇਹਨਾਂ ਤਲਵਾਰਾਂ ਦੇ ਦਮ ਤੇ ਹੀ ਲੁੱਟਿਆ ਸੀ। ਇਹਨਾਂ ਤੋਂ ਇਲਾਵਾ ਬ੍ਰਾਹਮਣੀ ਕਰਮਕਾਂਡਾਂ ਅਤੇ ਜੈਨੀ ਬੋਧੀਆਂ ਦੇ ਅਹਿੰਸਾ ਦੇ ਪ੍ਰਚਾਰ ਨੇ ਭਾਰਤੀਆਂ ਹੱਥੋਂ ਤੇਗ ਦਾ ਬਲ ਖੋ ਕੇ ਭਾਰਤ ਵਾਸੀਆਂ ਨੂੰ ਨਿਹੱਥਾ, ਨਿਰਬਲ ਤੇ ਲਾਚਾਰ ਬਣਾ ਦਿੱਤਾ ਸੀ। ਅਜਿਹੇ ਹਾਲਾਤ ਵਿੱਚ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਰਤ ਦੀ ਮਰ ਚੁੱਕੀ ਜ਼ਮੀਰ ਨੂੰ ਝੰਜੋੜਿਆ ਤੇ ਨੌਜਵਾਨਾਂ ਨੂੰ ਧਰਮ ਤੇ ਦੇਸ਼ ਦੀ ਖਾਤਰ ਸ਼ਹੀਦ ਹੋਣ ਲਈ ਪ੍ਰੇਰਿਆ। ਕਿਰਪਾਨ ਦਾ ਭਾਵ ਅਰਥ ਹੀ ਇਹ ਹੈ, ਕਿਰਪਾ ਜਮਾ ਆਨ, ਭਾਵ ਕਿਸੇ ਗਰੀਬ ਮਜ਼ਲੂਮ ਦੀ ਰੱਖਿਆ ਕਰਨ ਹਿਤ ਕਿਰਪਾ ਕਰਨਾ ਤੇ ਆਪਣੇ ਧਰਮ ਅਤੇ ਦੇਸ਼ ਦੀ ਆਨ ਸ਼ਾਨ ਲਈ ਆਪਣਾ ਆਪਾ ਵਾਰਨਾ। ਅੰਮ੍ਰਿਤ ਕੇ ਦਾਤੇ ਗੁਰੂ ਪਿਤਾ ਜੀ ਨੇ ਕਿਰਪਾਨ ਨੂੰ ਹਮੇਸ਼ਾ ਲਈ ਖਾਲਸੇ ਦੇ 5 ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਕਿਰਪਾਨਧਾਰੀ ਖਾਲਸਾ ਨੇ ਸਦੀਆਂ ਤੋਂ ਭਾਰਤ ਦੀ ਧਨ ਸੰਪਤੀ ਤੇ ਇੱਜ਼ਤ ਆਬਰੂ ਨੂੰ ਲੁੱਟ ਰਹੇ ਲੁਟੇਰਿਆਂ ਦੇ ਰੁੱਖ ਸਦਾ ਵਾਸਤੇ ਮੋੜ ਦਿੱਤੇ। ਧਰਮ ਰੱਖਿਆ ਲਈ ਚੁੱਕਿਆ ਹਥਿਆਰ ਕਦੇ ਵੀ ਹਿੰਸਾ ਦਾ ਪ੍ਰਤੀਕ ਨਹੀਂ ਹੁੰਦਾ। ਸ਼ਸਤਰ ਹਿੰਸਾ ਦਾ ਰੂਪ ਤਦ ਲੈਂਦੇ ਹਨ ਜਦ ਉਹ ਕਿਸੇ ਰਾਜਸੀ ਸਵਾਰਥ ਜਾਂ ਆਪਣੀ ਲੋੜ ਪੂਰਤੀ ਲਈ ਵਰਤੇ ਜਾਣ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 239 ਸਾਲਾਂ ਦੇ ਲਗਾਤਾਰ ਮੰਥਨ ਤੋਂ ਬਾਅਦ ਅਜਿਹੇ ਕਿਰਪਾਨਧਾਰੀ ਖਾਲਸਾ ਦਾ ਸੰਸਾਰਕ ਮੰਚ ਉੱਤੇ ਆਗਮਨ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਲਿਖੀ ਫਤਿਹ ਦੀ ਚਿੱਠੀ ਭਾਵ ਜ਼ਫਰਨਾਮੇ ਰਾਹੀਂ ਕੁੱਲ ਸੰਸਾਰ ਨੂੰ ਇਹ ਸਿਧਾਂਤ ਤੇ ਸੰਦੇਸ਼ ਦਿੱਤਾ ਕਿ ਜਦੋਂ ਅਮਨ ਦੇ ਰਾਹ ਤੇ ਚੱਲਦਿਆਂ ਸਾਰੇ ਵਸੀਲੇ ਹਾਰ ਜਾਣ ਤਾਂ ਕਿਰਪਾਨ ਦੇ ਮੁੱਠ ਨੂੰ ਹੱਥ ਪਾਉਣਾ ਜਾਇਜ਼ ਹੈ। ਚੂੰ ਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਗੁਰੂ ਸਿਧਾਂਤ ਮੁਤਾਬਕ ਖਾਲਸੇ ਨੂੰ ਦੋ ਮੌਕਿਆਂ ਤੇ ਕਿਰਪਾਨ ਦੀ ਵਰਤੋਂ ਕਰਨ ਦਾ ਹੁਕਮ ਹੈ। ਪਹਿਲਾ ਧਰਮ ਦੀ ਰੱਖਿਆ ਲਈ ਤੇ ਦੂਜਾ ਗਰੀਬ ਮਜ਼ਲੂਮ ਅਤੇ ਸਵੈ ਰੱਖਿਆ ਲਈ, ਕਿਉਂਕਿ ਸਾਹਮਣੇ ਹੋ ਰਹੇ ਜ਼ੁਲਮ ਨੂੰ ਮੂਕ ਦਰਸ਼ਕ ਬਣ ਕੇ ਵੇਖਦੇ ਰਹਿਣਾ ਅਹਿੰਸਾ ਨਹੀਂ ਸਗੋਂ ਬੁਜ਼ਦਿਲੀ ਹੈ। ਔਰੰਗਜ਼ੇਬ ਨੇ ਆਪਣੀ ਤਲਵਾਰ ਦੇ ਜ਼ੋਰ ਤੇ ਪੂਰੇ ਭਾਰਤ ਨੂੰ ਮੁਸਲਮਾਨ ਬਣਾਉਣਾ ਚਾਹਿਆ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਮਸ਼ੀਰ ਧਰਮ ਤੇ ਮਜ਼ਲੂਮਾਂ ਦੀ ਰੱਖਿਆ ਹਿੱਤ ਮਿਆਨ ਵਿੱਚੋਂ ਬਾਹਰ ਆਈ। ਸਦੀਆਂ ਤੋਂ ਜ਼ੁਲਮ ਅਤੇ ਦਰਿੰਦਗੀ ਦਾ ਸ਼ਿਕਾਰ ਹੁੰਦੀ ਆ ਰਹੀ ਇਸਤਰੀ ਨੂੰ ਵੀ ਸ਼ਸਤਰਧਾਰੀ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਸੰਸਾਰ ਦੇ ਸਾਰੇ ਧਰਮਾਂ ਵਿੱਚੋਂ ਇੱਕੋ ਇੱਕ ਸਿੱਖ ਧਰਮ ਹੀ ਐਸਾ ਹੈ ਜਿਸ ਵਿੱਚ ਇਸਤਰੀ ਨੂੰ ਵੀ ਮਰਦਾਂ ਦੇ ਬਰਾਬਰ 5 ਕਕਾਰ ਧਾਰਨ ਕਰਨ ਦਾ ਹੁਕਮ ਹੈ। ਜੇਕਰ ਘਰ ਵਿੱਚ ਇਸਤਰੀ ਕਰਦ ਦੀ ਵਰਤੋਂ ਕਰ ਸਬਜ਼ੀਆਂ ਨੂੰ ਚੀਰਨਾ ਜਾਣਦੀ ਹੈ ਤੇ ਉਸ ਦੀ ਇੱਜ਼ਤ ਤੇ ਹੱਥ ਪਾਉਣ ਵਾਲੇ ਦੁਰਾਚਾਰੀਆਂ ਨੂੰ ਕਿਰਪਾਨ ਨਾਲ ਸੋਧਣਾ ਵੀ ਇੱਕ ਇਸਤਰੀ ਦਾ ਧਰਮ ਹੈ। ਖਾਲਸਾ ਪੰਥ ਵਿੱਚ ਸ਼ਾਮਲ ਹਰ ਇਸਤਰੀ ਅਤੇ ਪੁਰਖ ਵਾਸਤੇ ਕਿਰਪਾਨ ਧਾਰਨ ਕਰਨਾ ਲਾਜ਼ਮੀ ਹੈ, ਕਿਉਂਕਿ ਦਸ਼ਮੇਸ਼ ਪਿਤਾ ਜੀ ਅਨੁਸਾਰ ਸ਼ਸਤਰਹੀਣ ਮਨੁੱਖ ਭੇਡਾਂ ਬੱਕਰੀਆਂ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਕੋਈ ਵੀ ਕੰਨ ਤੋਂ ਫੜ ਕੇ ਕਿਤੇ ਵੀ ਲਿਜਾ ਸਕਦਾ ਹੈ। ਬਿਨਾ ਤੇਗ ਸ਼ਸਤਰੰਗ ਨਰੰਗ ਭੇਡ ਜਾਨੋ, ਗਹੋ ਕਾਨ ਤਾਕੋ ਕਿਤੈ ਲੈ ਸਿਧਾਨੋ। ਸਿੱਖ ਨੇ ਜਦੋਂ ਇਸ਼ਨਾਨ ਕਰਨਾ ਹੋਵੇ ਤਾਂ ਕਿਰਪਾਨ ਸੀਸ ਤੇ ਸਜਾ ਲਵੇ ਤੇ ਕੇਸੀ ਇਸ਼ਨਾਨ ਵੇਲੇ ਕਿਰਪਾਨ ਅਤੇ ਕੰਗਾ ਕਮਰ ਕੱਸੇ ਵਿੱਚ ਸਜਾ ਲਵੇ। ਕਿਰਪਾਨ ਦਾ ਪੂਰਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਕਿਰਪਾਨ ਸਾਨੂੰ ਇਹ ਵੀ ਦਰਸਾਉਂਦੀ ਹੈ ਕਿ ਸਾਡੇ ਅੰਦਰ ਵਾਹਿਗੁਰੂ ਜੀ ਦੀ ਆਤਮਕ ਸ਼ਕਤੀ ਹੈ, ਜਿਸ ਨੂੰ ਨਾਮ ਬਾਣੀ ਦੇ ਆਸਰੇ ਗ੍ਰਹਿਣ ਕਰਨ ਨਾਲ ਮਨੁੱਖ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਉੱਤੇ ਕਾਬੂ ਪਾ ਸਕਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਫਰਮਾਨ ਹੈ, ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ। ਜਿਵੇਂ ਇੱਕ ਫੌਜੀ ਜਾਂ ਪੁਲਿਸ ਅਫਸਰ ਨੂੰ ਆਪਣੀ ਡਿਊਟੀ ਸਮੇਂ ਦੂਜਿਆਂ ਦੀ ਰੱਖਿਆ ਲਈ ਸ਼ਸਤਰ ਧਾਰਨ ਕਰਨਾ ਜ਼ਰੂਰੀ ਹੁੰਦਾ ਹੈ, ਠੀਕ ਉਸੇ ਪ੍ਰਕਾਰ ਇੱਕ ਸਿੱਖ ਨੂੰ ਆਪਣੀ ਤੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਹਰ ਵੇਲੇ ਕਿਰਪਾਨ ਧਾਰਨ ਕਰਨ ਦੀ ਹਦਾਇਤ ਹੈ। ਅਰਦਾਸ ਵੇਲੇ ਕੜਾ ਪ੍ਰਸ਼ਾਦ ਦੀ ਦੇਗ ਜਾਂ ਲੰਗਰ ਵਰਤਾਉਣ ਤੋਂ ਪਹਿਲਾਂ ਵੀ ਮਰਿਆਦਾ ਅਨੁਸਾਰ ਕਿਰਪਾਨ ਭੇਟ ਕੀਤੀ ਜਾਂਦੀ ਹੈ। ਭਾਰਤ ਦੇ ਸੰਵਿਧਾਨ ਵਿੱਚ ਵੀ ਸਿਰਫ ਇੱਕ ਸਿੱਖ ਨੂੰ ਹੀ ਹਰ ਥਾਂ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਖੁੱਲ੍ਹ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਖਾਲਸੇ ਨੂੰ ਕਕਾਰ ਵਜੋਂ 5ਵੀਂ ਬਖਸ਼ਿਸ਼ ਕਛਹਿਰੇ ਦੀ ਹੈ। ਇਹ ਇੱਕ ਸਿੱਖ ਦੇ ਜਤ ਸਤ ਅਤੇ ਉੱਚੇ ਆਚਰਣ ਦਾ ਪ੍ਰਤੀਕ ਹੈ। ਗੁਰੂ ਪਾਤਸ਼ਾਹ ਜੀ ਦੀ ਇਹ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਪਾਉਣ ਅਤੇ ਜਤ ਧਾਰਨ ਕਰਨ ਦੀ ਸਿੱਖਿਆ ਦਿੰਦੀ ਹੈ। ਕਛਹਿਰਾ ਸਾਨੂੰ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਇਸ ਦੁਨੀਆ ਵਿੱਚ ਵਿਚਰਦਿਆਂ ਗ੍ਰਹਸਥ ਮਾਰਗ ਤੇ ਚਲਦਿਆਂ ਹੋਇਆਂ ਜਤ ਦੇ ਨਿਯਮ ਪਾਲਣੇ ਹਨ। ਕਛਹਿਰਾ ਵਿਸ਼ੇਸ਼ ਕਿਸਮ ਦੀ ਰੇਬ ਬਣਤਰ ਵਾਲਾ ਹੁੰਦਾ ਹੈ। ਇਸ ਦੀ ਲੰਬਾਈ ਗੋਡਿਆਂ ਤੋਂ ਥੋੜਾ ਉੱਪਰ ਤੱਕ ਹੁੰਦੀ ਹੈ। ਜਿੱਥੇ ਕਛਹਿਰਾ ਲੱਕ ਤੋਂ ਗੋਡਿਆਂ ਤੱਕ ਤਨ ਨੂੰ ਢੱਕਦਾ ਹੈ, ਉੱਥੇ ਹੀ ਇਸ ਨੂੰ ਪਹਿਨਣ ਦਾ ਭਾਵ ਆਚਰਣ ਦੀ ਪਵਿੱਤਰਤਾ ਦਾ ਸੰਕਲਪ ਲੈਣਾ ਵੀ ਹੈ। ਕਛਹਿਰਾ ਖਾਲਸੇ ਦੀ ਕਾਰਜਸ਼ੀਲਤਾ, ਚੁਸਤੀ ਅਤੇ ਫੁਰਤੀ ਨੂੰ ਵੀ ਵਧਾਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ੇ ਇਹ 5 ਕਕਾਰ ਨਿਮਰਤਾ, ਨਿਰਭੈਤਾ, ਦੇਗ ਤੇਗ ਅਤੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਹਨ। ਇਹ 5 ਕਕਾਰ ਜਿੱਥੇ ਸਾਨੂੰ ਮਨ ਦੇ 5 ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਆਤਮ ਯੁੱਧ ਕਰਨ ਦੀ ਪ੍ਰੇਰਨਾ ਤੇ ਸ਼ਕਤੀ ਦਿੰਦੇ ਹਨ, ਉੱਥੇ ਹੀ ਇਹ ਤਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦਾ ਬਲ ਵੀ ਪ੍ਰਦਾਨ ਕਰਦੇ ਹਨ। ਭਾਰਤੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖਾਲਸੇ ਨੇ ਆਪਣੇ ਗੁਰੂ ਪਿਤਾ ਜੀ ਦੀ ਬਖਸ਼ੀ ਸ਼ਕਤੀ ਸਦਕਾ ਹੀ ਪਹਿਲਾਂ ਮੁਗਲ, ਫਿਰ ਅਫਗਾਨੀ ਅਤੇ ਫਿਰ ਅੰਗਰੇਜ਼ਾਂ ਹੱਥੋਂ ਭਾਰਤ ਨੂੰ ਆਜ਼ਾਦ ਕਰਵਾਇਆ। 5 ਕਕਾਰ ਸਾਨੂੰ ਸੰਸਾਰ ਵਿੱਚ ਵਿਚਰਦਿਆਂ ਆਪਣੇ ਜੀਵਨ ਮਨੋਰਥ ਭਾਵ ਅਕਾਲ ਪੁਰਖ ਵਿੱਚ ਲੀਨ ਰਹਿਣ ਦੀ ਵੀ ਪ੍ਰੇਰਨਾ ਕਰਦੇ ਹਨ। ਜਿਵੇਂ ਇੱਕ ਕਿਸਾਨ ਆਪਣੀ ਫਸਲ ਨੂੰ ਬਾਹਰੀ ਖਤਰਿਆਂ ਤੋਂ ਬਚਾਉਣ ਹਿੱਤ ਖੇਤ ਦੇ ਆਲੇ ਦੁਆਲੇ ਵਾੜ ਕਰਦਾ ਹੈ, ਉਵੇਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਦੀ ਆਤਮਕ ਜੀਵਨ ਦੀ ਖੇਤੀ ਨੂੰ ਬਚਾਉਣ ਲਈ 5 ਕਕਾਰਾਂ ਦੀ ਵਾੜ ਲਗਾਈ ਹੈ। ਅਖੀਰ ਵਿੱਚ ਜੇ 5 ਕਕਾਰਾਂ ਨੂੰ ਹੋਰ ਸੰਖੇਪ ਵਿੱਚ ਵਿਚਾਰਿਆ ਜਾਵੇ ਤੇ ਕੇਸ ਸਾਰੇ ਮਨੁੱਖਾਂ ਨੂੰ ਰੱਬ ਜੀ ਵੱਲੋਂ ਬਖਸ਼ਿਆ ਕੁਦਰਤੀ ਸਰੂਪ ਹਨ। ਕੰਗਾ ਕੇਸਾਂ ਦੀ ਸੰਭਾਲ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਕਿਰਪਾਨ ਧਰਮ, ਸਵੈ ਅਤੇ ਗਰੀਬ ਮਜ਼ਲੂਮ ਤੇ ਹੋ ਰਹੇ ਜ਼ੁਲਮ ਤੋਂ ਰੱਖਿਆ ਹਿੱਤ ਹੈ। ਕੜਾ ਗੁਰੂ ਪਾਤਸ਼ਾਹ ਜੀ ਦੇ ਸਦਾ ਅੰਗ ਸੰਗ ਹੋਣ ਦਾ ਪ੍ਰਤੀਕ ਹੈ ਅਤੇ ਕਛਹਿਰਾ ਸੱਚੇ ਸੁੱਚੇ ਆਚਰਣ ਅਤੇ ਸ਼ੁਭ ਕਰਮਾਂ ਦਾ ਪ੍ਰਤੀਕ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣੇ ਖਾਲਸੇ ਨੂੰ ਇਹ ਹੁਕਮ ਹੈ, ਨਿਸ਼ਾਨੇ ਸਿੱਖੀ ਈ ਹਰੂਫ ਪੰਜ ਕਾਫ, ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ, ਕੜਾ ਕਾਰ ਦੋ ਕਛ ਕੰਗਾ ਬਿਦਾਂ, ਬਿਲਾ ਕੇਸ ਹੇਚ ਅਸਤ ਜੁਮਲਹ ਨਿਸ਼ਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।